ਤਾਂ ਅਸੀਂ ਮਾਊਂਟ ਐਵਰੈਸਟ ਬੇਸ ਕੈਂਪ ਤੇ ਪਹਿਲਾ ਵਰਲਡ ਰਿਕਾਰਡ ਬਣਾਇਆ ਸੀਗਾ। ਸਾਡਾ ਮੇਨ ਮੋਟਿਵ ਇਹ ਸੀਗਾ ਕਿ ਅਸੀਂ ਗੱਤਕੇ ਨੂੰ ਇੰਟਰਨੈਸ਼ਨਲ ਲੈਵਲ ਤੇ ਪ੍ਰਮੋਟ ਕਰਨਾ ਹੈ। ਕਿਸ ਤਰ੍ਹਾਂ ਤੁਸੀਂ ਮਾਊਂਟ ਐਵਰੈਸਟ ਦੀ ਚੋਟੀ ਦੇ ਬੇਸ ਕੈਂਪ ਤੇ ਪਹੁੰਚੇ ਤੇ ਉੱਥੇ ਗੱਤਕੇ ਦੇ ਜਿਹੜੇ ਜੋਹਰ ਦਿਖਾਏ? 12 ਮਾਰਚ ਨੂੰ ਮਾਊਂਟ ਐਵਰੈਸਟ ਬੇਸ ਕੈਂਪ ਜੋ 17,600 ਫੁੱਟ ਦੀ ਉਚਾਈ ਤੇ ਹੈ, ਅਸੀਂ 12 ਮਾਰਚ ਨੂੰ ਸਬਮਿਟ ਕੀਤਾ ਸੀਗਾ। ਤੇ ਇਹ ਜੋ ਸਾਡਾ ਟਰੈਕ ਸੀਗਾ, ਸਾਡਾ ਮੇਨ ਮੋਟਿਵ ਇਹ ਸੀਗਾ ਕਿ ਅਸੀਂ ਗੱਤਕੇ ਨੂੰ ਇੰਟਰਨੈਸ਼ਨਲ ਲੈਵਲ ਤੇ ਪ੍ਰਮੋਟ ਕਰਨਾ ਹੈ। ਤੇ ਇੰਟਰਨੈਸ਼ਨਲ ਲੈਵਲ ਤੇ ਪ੍ਰਮੋਟ ਕਰਨ ਵਾਸਤੇ ਆਪਣੀ ਗੱਲ ਹੈ ਜੋ ਲੋਕਾਂ ਤੱਕ ਪਹੁੰਚਾਉਣ ਵਾਸਤੇ, ਵਰਲਡ ਵਾਈਡ ਕਰਨ ਵਾਸਤੇ ਸਾਨੂੰ ਉਸ ਚੀਜ਼ ਨੂੰ ਇੱਕ ਇੰਟਰਨੈਸ਼ਨਲ ਸਾਨੂੰ ਲੈਵਲ ਚਾਹੀਦਾ ਸੀਗਾ ਕਿ ਅਸੀਂ ਉੱਥੇ ਜਾ ਕੇ ਆਪਣੀ ਗੱਲ ਲੋਕਾਂ ਤੱਕ ਪਹੁੰਚਾਈਏ। ਤਾਂ ਅਸੀਂ ਮਾਊਂਟ ਐਵਰੈਸਟ ਬੇਸ ਕੈਂਪ ਤੇ ਪਹਿਲਾ ਵਰਲਡ ਰਿਕਾਰਡ ਬਣਾਇਆ ਸੀਗਾ, ਜਿਹੜਾ ਕਿ ਬਹੁਤ ਜ਼ਿਆਦਾ ਮੁਸ਼ਕਿਲਾਂ ਅਸੀਂ ਫੇਸ ਕੀਤੀਆਂ। 80 ਕਿਲੋਮੀਟਰ ਇੱਕ ਰਾਹ ਅਸੀਂ ਇੱਕ ਪਾਸੇ ਦਾ ਤੁਰੇ। ਤਾਂ ਸਾਡੇ ਕੋਲ 15 20 ਕਿਲੋ ਦੇ ਬੈਗ ਸੀਗੇ, ਨਾਲ ਸਾਡੇ ਸ਼ਸਤਰ ਸੀਗੇ ਜਿਹੜੇ ਅਸੀਂ ਨਾਲ ਆਪਣੇ ਟੰਗੇ ਸੀ ਤੇ ਉਹ ਲੈ ਕੇ ਗਏ ਸੀ। ਤਾਂ ਸਾਡੇ ਅੰਦਰ ਇੱਕ ਇੰਸਪੀਰੇਸ਼ਨ ਐਸੀ ਸੀਗੀ ਕਿਉਂਕਿ ਜਿੱਥੇ ਆਪਾਂ ਖੇਡੇ ਸੀਗੇ ਉਹ ਇੱਕ ਖਾਲਸਾ ਰਾਜ ਸੀਗਾ 182 ਸਾਲ ਪਹਿਲੇ। ਮਹਾਰਾਜਾ ਰਣਜੀਤ ਸਿੰਘ ਜੀ ਨੇ ਉਹ ਸਾਰੇ ਤਿੱਬਤ ਦੇ ਏਰੀਏ ਵਿੱਚ ਰਾਜ ਕੀਤਾ ਸੀਗਾ। ਜਨਰਲ ਜ਼ੋਰਾਵਰ ਸਿੰਘ ਜੀ ਸੀਗੇ। ਤਾਂ ਇਹ ਬਹੁਤ ਮਹਾਨ ਸ਼ਖਸੀਅਤਾਂ ਜੋ ਸਾਡੇ ਸਿੱਖ ਪੰਥ ਦੀਆਂ ਨੇ, ਤਾਂ ਇਹ ਸਾਨੂੰ ਇੰਸਪੀਰੇਸ਼ਨ ਦਿੰਦੀਆਂ ਨੇ, ਸਾਨੂੰ ਮੋਟੀਵੇਸ਼ਨ ਦਿੰਦੀਆਂ ਨੇ ਕਿ ਜੇ ਸਾਡੇ ਵੱਡ ਵਡੇਰੇ ਉੱਥੇ ਰਹਿ ਸਕਦੇ ਆ ਕਿ ਇੰਨੀ ਮਤਲਬ ਕਿ ਇੰਨੇ ਠੰਡੇ ਇਲਾਕੇ ਦੇ ਵਿੱਚ ਮਾਈਨਸ ਟੈਂਪਰੇਚਰ ਦੇ ਵਿੱਚ ਉਹ ਸਰਵਾਈਵ ਕਰ ਸਕਦੇ ਆ, ਤਾਂ ਅਸੀਂ ਕਿਉਂ ਨਹੀਂ ਕਰ ਸਕਦੇ। ਦੂਜਾ ਵਰਲਡ ਰਿਕਾਰਡ ਬਣਾਇਆ ਜੀ ਅਸੀਂ। ਦੁਨੀਆ ਦਾ ਸਭ ਤੋਂ ਉੱਚਾ ਰੋਡ ਹੈ ਉਮਲਿੰਗਲਾ, ਤੇ ਉਹ ਹੈਗਾ ਜੀ 19,024 ਫਿਟ ਦੀ ਉਚਾਈ ਤੇ। ਉੱਥੇ ਅਸੀਂ ਖੇਡ ਕੇ ਗੱਤਕਾ ਖੇਡ ਕੇ 21 ਜੂਨ ਇੰਟਰਨੈਸ਼ਨਲ ਗੱਤਕਾ ਡੇ ਨੂੰ ਗੱਤਕਾ ਖੇਡਿਆ ਤੇ ਦੂਜਾ ਵਰਲਡ ਰਿਕਾਰਡ ਬਣਾਇਆ ਜੀ। ਉਮਰ ਤੁਹਾਡੀ ਕਿੰਨੀ ਹੈ ਜੀ? ਮੇਰੀ 17 ਸਾਲ ਹੈ ਜੀ। 17 ਸਾਲ ਦੀ ਉਮਰ ਦੇ ਵਿੱਚ ਐਡਾ ਵੱਡਾ ਕੰਮ ਕਰਨਾ ਘਰਦਿਆਂ ਨੇ ਰੋਕਿਆ ਨਹੀਂ ਜਾਂ ਆਪ ਡਰ ਨਹੀਂ ਲੱਗਿਆ? ਨਹੀਂ ਜੀ, ਨਹੀਂ ਲੱਗਿਆ ਨਾ ਜੀ। ਕਹਿੰਦੇ ਦੁਨੀਆ ਦੀ ਸਭ ਤੋਂ ਉੱਚੀ ਸੜਕ ਹੈ ਉਹ, ਫਿਰ ਐਂ ਨਹੀਂ ਲੱਗਿਆ ਮਨ ਦੇ ਵਿੱਚ ਵੀ ਸਭ ਤੋਂ ਉੱਚੀ ਸੜਕ ਤੇ ਕੀ ਲੋੜ ਹੈ ਜਾਣ ਦੀ, ਆਪਾਂ ਤਾਂ ਗੱਤਕਾ ਇੱਥੇ ਵੀ ਦਿਖਾ ਸਕਦੇ। ਨਹੀਂ, ਅਸੀਂ ਆਹੀ ਗੱਲਾਂ ਕਰਕੇ ਹੀ ਸਭ ਤੋਂ ਉੱਚੀ ਸੜਕ ਤੇ ਗਏ ਸੀਗੇ। ਅਸੀਂ ਵਰਲਡ ਰਿਕਾਰਡ ਬਣਾਉਣਾ ਸੀਗਾ, ਗੱਤਕੇ ਨੂੰ ਉੱਚੇ ਲੈਵਲ ਤੇ ਲੈ ਕੇ ਜਾਣਾ ਸੀਗਾ। ਮਤਲਬ ਗੱਤਕੇ ਨੂੰ ਪ੍ਰਮੋਟ ਕਰਨ ਵਾਸਤੇ ਅਜਿਹਾ ਜਜ਼ਬਾ ਹੋਣਾ ਬਹੁਤ ਜ਼ਰੂਰੀ ਸੀ, ਕਿਉਂਕਿ ਬਿਨਾਂ ਜਜ਼ਬੇ ਤੋਂ ਇਹ ਕੰਮ ਨੂੰ ਅਸੀਂ ਕਰ ਨਹੀਂ ਸਕਦੇ। ਹਾਂਜੀ, ਜਿਹੜਾ ਪਹਿਲਾ ਵਰਲਡ ਰਿਕਾਰਡ ਸੀਗਾ ਉਹਦੇ ਵਿੱਚ ਸਾਡਾ ਇੰਡੀਆ ਬੁੱਕ ਆਫ ਰਿਕਾਰਡ, ਏਸ਼ੀਆ ਬੁੱਕ ਆਫ ਰਿਕਾਰਡ, ਇੰਟਰਨੈਸ਼ਨਲ ਬੁੱਕ ਆਫ ਰਿਕਾਰਡ ਦੇ ਵਿੱਚ ਸਾਡਾ ਜੋ ਵਰਲਡ ਰਿਕਾਰਡ ਹੈ ਉਹ ਦਰਜ ਹੋ ਚੁੱਕਿਆ। 15-16 ਸਾਲ ਸਾਨੂੰ ਗੱਤਕਾ ਖੇਡਦੇ ਹੋ ਗਏ। ਘੱਟੋ ਘੱਟ ਅਸੀਂ ਜਿੰਨੇ ਪਲੇਅਰ ਖੜੇ ਆ ਸਾਰੇ ਨੈਸ਼ਨਲ ਗੋਲਡ ਮੈਡਲਿਸਟ ਨੇ। 5-6 ਵਾਰੀ ਸਾਡੇ ਨੈਸ਼ਨਲ 'ਚ ਗੋਲਡ ਨੇ, ਇੰਡੀਆ ਲੈਵਲ ਦੇ ਵਿੱਚ ਸਾਡਾ ਗੋਲਡ ਆ। ਤਾਂ ਸਾਰੀਆਂ ਅਸੀਂ ਪ੍ਰਾਪਤੀਆਂ ਕਰਕੇ ਉਸ ਤੋਂ ਬਾਅਦ ਅਸੀਂ ਸੋਚਿਆ ਕਿ ਹੁਣ ਅਸੀਂ ਆਪਣੀ ਗੇਮ ਦੇ ਵਿੱਚ ਪਰਫੈਕਸ਼ਨ ਤਾਂ ਲੈ ਕੇ ਆਏ ਆ ਆਪਣੇ ਆਪ ਦੇ ਵਿੱਚ, ਬਟ ਅਸੀਂ ਹੁਣ ਇੱਕ ਵੱਡਾ ਕਦਮ ਚੱਕੀਏ ਕਿ ਜਿਹਦੇ ਨਾਲ ਗੱਤਕਾ ਪ੍ਰਮੋਟ ਹੋਵੇ। ਸਿੱਖ ਮਾਰਸ਼ਲ ਆਰਟ ਹੈ ਜੋ ਉਹ ਇੱਕ ਵੱਡੇ ਲੈਵਲ ਤੇ ਸਾਨੂੰ ਉਸਦੀ ਝਲਕ ਦਿਖੇ। ਸੋ ਉਹਦੇ 'ਚ ਤੁਸੀਂ ਕਾਫੀ ਅੱਗੇ ਤੱਕ ਵੱਧ ਰਹੇ ਹੋ, ਤੁਹਾਡੀ ਕਾਮਯਾਬੀ ਜਿਹੜੀ ਤੁਹਾਨੂੰ ਮਿਲ ਰਹੀ ਹੈ। ਅੱਗੇ ਕੀ ਟੀਚਾ ਸੋਚਿਆ? ਇਸ ਤੋਂ ਅੱਗੇ ਵੀ ਕੁਝ ਸੋਚਿਆ ਹੋਇਆ? ਅੱਗੇ ਸੋਚਿਆ, ਬਟ ਗੱਲ ਥੋੜੀ ਜਿਹੀ ਫਾਈਨੈਂਸ਼ੀਅਲ ਤੇ ਆ ਜਾਂਦੀ ਹੈ। ਸਾਡੀ ਫਾਈਨੈਂਸ਼ੀਅਲੀ ਕੋਈ ਹੈਲਪ ਨਹੀਂ ਹੋਈ। ਜਦੋਂ ਅਸੀਂ ਪਹਿਲਾ ਵਰਲਡ ਰਿਕਾਰਡ ਬਣਾਇਆ ਸੀਗਾ ਤਾਂ ਉਹਦਾ ਸਾਡਾ 2.5 ਤੋਂ 3 ਲੱਖ ਖਰਚਾ ਆ ਗਿਆ ਸੀਗਾ। ਤਾਂ ਇੱਕ ਜਣੇ ਦਾ 40 ਤੋਂ 45 ਹਜ਼ਾਰ ਖਰਚਾ ਆ ਗਿਆ ਸੀਗਾ। ਬਟ ਸਾਡੀ ਫਾਈਨੈਂਸ਼ੀਅਲੀ ਕਿਸੇ ਟਰਸਟ ਨੇ ਤੇ ਕਿਸੇ ਵੀ ਆਪਣੇ ਪੰਜਾਬ ਦੀ ਫੈਡਰੇਸ਼ਨ ਨੇ, ਫਾਊਂਡੇਸ਼ਨ ਨੇ ਸਾਡੀ ਕੋਈ ਹੈਲਪ ਨਹੀਂ ਕੀਤੀ। ਤਾਂ ਫਿਰ ਅਸੀਂ 1.5 ਲੱਖ ਰੁਪਇਆ ਕਰਜ਼ਾ ਚੱਕਿਆ ਸੀਗਾ। ਤਾਂ 1.5 ਲੱਖ ਰੁਪਇਆ ਕਰਜ਼ਾ ਚੱਕ ਕੇ ਸਾਨੂੰ ਇਹ ਸੀਗਾ ਕਿ ਹੁਣ ਜੇ ਅਸੀਂ ਕੁਝ ਕਰ ਹੀ ਰਹੇ ਹਾਂ ਤਾਂ ਅਸੀਂ ਆਪਣੇ ਪੈਰ ਪਿੱਛੇ ਨਾ ਕਰੀਏ, ਤਾਂ ਜੋ ਇੱਕ ਸਿੱਖ ਮਾਰਸ਼ਲ ਆਰਟ ਜੋ ਗੱਤਕੇ ਲਈ ਜੋ ਜਿਹੜੇ ਖਿਡਾਰੀ ਖੇਡਦੇ ਨੇ, ਸਿੰਘ ਖੇਡਦੇ ਨੇ, ਉਹਨਾਂ ਲਈ ਇੱਕ ਨਵਾਂ ਰਾਹ ਬਣ ਸਕੇ। ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ, ਮੈਂ ਹਾਂ ਅਨੁਰਾਗ ਸ਼ਰਮਾ। ਅਕਸਰ ਦੇਖਦੇ ਹਾਂ ਕਿ ਜੇਕਰ ਹੌਸਲੇ ਹੋਣ ਤਾਂ ਹਰੇਕ ਰਸਤਾ ਆਸਾਨ ਹੋ ਜਾਂਦਾ ਹੈ, ਫਿਰ ਚਾਹੇ ਉਹ ਦੁਨੀਆ ਦੀ ਸਭ ਤੋਂ ਉੱਚੀ ਪਹਾੜੀ ਕਿਉਂ ਨਾ ਹੋਵੇ। ਮੈਂ ਗੱਲ ਕਰ ਰਿਹਾ ਇਸ ਵਕਤ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਦੀ। ਬਹੁਤ ਸਾਰੇ ਪਰਬਤ ਆਰੋਹੀ ਉੱਥੇ ਚੜ੍ਹਦੇ ਨੇ, ਉਸ 'ਚ ਫਖਰ ਮਹਿਸੂਸ ਕਰਦੇ ਨੇ, ਪਰ ਅੱਜ ਮੈਂ ਤੁਹਾਨੂੰ ਉਹਨਾਂ ਲੋਕਾਂ ਨਾਲ ਮਿਲਾਉਣ ਜਾ ਰਿਹਾ, ਉਸ ਗੁਰੂ ਦੀ ਲਾਡਲੀ ਫੌਜ ਨਾਲ ਮਿਲਾਉਣ ਜਾ ਰਿਹਾ ਜਿਨ੍ਹਾਂ ਨੇ ਉਸ ਚੋਟੀ ਦੇ ਉੱਤੇ ਚੜ੍ਹ ਕੇ ਵੀ ਗੱਤਕੇ ਦੇ ਜ਼ੋਹਰ ਜਿਹੜੇ ਉਹ ਦਿਖਾਏ। ਤਾਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਾਂ ਨੌਜਵਾਨਾਂ ਦੀਆਂ, ਕੋਈ ਬਹੁਤ ਵੱਡੀਆਂ ਉਮਰਾਂ ਨਹੀਂ ਹੈਗੀਆਂ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਫਤਿਹ ਅਸੀਂ ਸਾਂਝੀ ਕਰ ਲਈ ਹੈ ਜੀ। ਤੇ ਹੁਣ ਤੁਹਾਨੂੰ ਦੱਸ ਦਈਏ ਕਿ ਇਹਨਾਂ ਨੇ ਕੋਈ ਛੋਟਾ ਮੋਟਾ ਕੰਮ ਨਹੀਂ ਕੀਤਾ, ਬਲਕਿ ਬਹੁਤ ਵੱਡਾ ਕੰਮ ਕੀਤਾ। ਹੁਣ ਤੱਕ ਕਈ ਰਿਕਾਰਡ ਇਹ ਦਰਜ ਕਰ ਚੁੱਕੇ ਆ। ਸਭ ਤੋਂ ਵੱਡਾ ਰਿਕਾਰਡ ਇਹਨਾਂ ਨੇ ਦਰਜ ਕੀਤਾ ਕਿ ਮਾਊਂਟ ਐਵਰੈਸਟ ਦੀ ਚੋਟੀ ਦੇ ਉੱਤੇ ਪਹੁੰਚ ਕੇ, ਉਸ ਦੇ ਬੇਸ ਕੈਂਪ ਦੇ ਉੱਤੇ ਪਹੁੰਚ ਕੇ ਇਹਨਾਂ ਵੱਲੋਂ ਗੱਤਕੇ ਦਾ ਪ੍ਰਦਰਸ਼ਨ ਕੀਤਾ ਗਿਆ। ਜਿਸ ਥਾਂ ਦੇ ਉੱਤੇ ਆਕਸੀਜਨ ਨਹੀਂ ਹੁੰਦੀ, ਤਰਕੇ ਪਹੁੰਚਣਾ ਔਖਾ ਹੁੰਦਾ, ਉੱਥੇ ਇਹਨਾਂ ਨੇ ਗੱਤਕੇ ਵਰਗੀ ਕਲਾ ਜਿਹੜੀ ਕਿ ਬਹੁਤ ਜ਼ੋਰ ਦੇ ਨਾਲ ਕੀਤੀ ਜਾਂਦੀ ਹੈ, ਉਸ ਦਾ ਜੋਹਰ ਕੀਤਾ। ਗੱਲਬਾਤ ਕਰ ਲੈਂਦੇ ਹਾਂ, ਮੇਰੇ ਨਾਲ ਮੌਜੂਦ ਨੇ। ਸਿੰਘ ਸਾਹਿਬ, ਕੀ ਨਾਂ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਜਸ਼ਨਦੀਪ ਸਿੰਘ ਹੈ ਜੀ। ਜਸ਼ਨ ਜੀ, ਜਿਸ ਤਰ੍ਹਾਂ ਕਿ ਮੈਂ ਦੱਸ ਹੀ ਰਿਹਾ ਸੀ ਆਪਣੇ ਦਰਸ਼ਕਾਂ ਨੂੰ, ਪਰ ਤੁਸੀਂ ਪੂਰੀ ਡਿਟੇਲ ਦੇ ਵਿੱਚ ਦੱਸੋ ਕਿ ਕਿਸ ਤਰ੍ਹਾਂ ਤੁਸੀਂ ਮਾਊਂਟ ਐਵਰੈਸਟ ਦੀ ਚੋਟੀ ਦੇ ਬੇਸ ਕੈਂਪ ਤੇ ਪਹੁੰਚੇ ਤੇ ਉੱਥੇ ਗੱਤਕੇ ਦੇ ਜਿਹੜੇ ਜੋਹਰ ਦਿਖਾਏ। ਹਾਂਜੀ, ਅਸੀਂ 12 ਮਾਰਚ ਨੂੰ ਮਾਊਂਟ ਐਵਰੈਸਟ ਬੇਸ ਕੈਂਪ ਜੋ 17,600 ਫੁੱਟ ਦੀ ਉਚਾਈ ਤੇ ਹੈ ਤੇ 5364 ਫੁੱਟ ਦੀ
5364 ਮੀਟਰ ਦੀ ਉਚਾਈ ਤੇ ਹੈ। ਅਸੀਂ 12 ਮਾਰਚ ਨੂੰ ਸਬਮਿਟ ਕੀਤਾ ਸੀਗਾ ਤੇ ਇਹ ਜੋ ਸਾਡਾ ਟਰੈਕ ਸੀਗਾ, ਸਾਡਾ ਮੇਨ ਮੋਟਿਵ ਇਹ ਸੀਗਾ ਕਿ ਅਸੀਂ ਗੱਤਕੇ ਨੂੰ ਇੰਟਰਨੈਸ਼ਨਲ ਲੈਵਲ ਤੇ ਪ੍ਰਮੋਟ ਕਰਨਾ ਹੈ ਤੇ ਇੰਟਰਨੈਸ਼ਨਲ ਲੈਵਲ ਤੇ ਪ੍ਰਮੋਟ ਕਰਨ ਵਾਸਤੇ ਆਪਣੀ ਗੱਲ ਹੈ ਜੋ ਲੋਕਾਂ ਤੱਕ ਪਹੁੰਚਾਉਣ ਵਾਸਤੇ, ਵਰਲਡ ਵਾਈਡ ਕਰਨ ਵਾਸਤੇ ਸਾਨੂੰ ਉਸ ਚੀਜ਼ ਨੂੰ ਇੱਕ ਇੰਟਰਨੈਸ਼ਨਲ ਸਾਨੂੰ ਲੈਵਲ ਚਾਹੀਦਾ ਸੀਗਾ ਕਿ ਅਸੀਂ ਉੱਥੇ ਜਾ ਕੇ ਆਪਣੀ ਗੱਲ ਲੋਕਾਂ ਤੱਕ ਪਹੁੰਚਾਈਏ। ਤਾਂ ਅਸੀਂ ਮਾਊਂਟ ਐਵਰੈਸਟ ਬੇਸ ਕੈਂਪ ਤੇ ਪਹਿਲਾ ਵਰਲਡ ਰਿਕਾਰਡ ਬਣਾਇਆ ਸੀਗਾ, ਜਿਹੜਾ ਕਿ ਬਹੁਤ ਜ਼ਿਆਦਾ ਮੁਸ਼ਕਿਲਾਂ ਅਸੀਂ ਫੇਸ ਕੀਤੀਆਂ। 80 ਕਿਲੋਮੀਟਰ ਇੱਕ ਰਾਹ ਅਸੀਂ ਇੱਕ ਪਾਸੇ ਦਾ ਤੁਰੇ ਤੇ ਬਹੁਤ ਉੱਚੀਆਂ ਉੱਚੀਆਂ ਚੋਟੀਆਂ ਜੋ ਅਸੀਂ ਤੁਰੇ ਤੇ ਪਹਿਲੇ ਦਿਨ ਅਸੀਂ 25 ਕਿਲੋਮੀਟਰ ਜੋ ਆਪਣਾ ਸਫ਼ਰ ਸੀਗਾ ਉਹ ਤੈਅ ਮਤਲਬ 80 ਕਿਲੋਮੀਟਰ ਪੈਦਲ ਜਾਣਾ ਪੈਣਾ ਸੀ। ਹਾਂਜੀ 75 ਤੋਂ 80 ਕਿਲੋਮੀਟਰ ਪੈਦਲ ਜਾਣਾ ਪੈਂਦਾ ਸੀਗਾ ਕਿ ਆਪਾਂ ਉਹਦੇ ਵਿੱਚ ਕੋਈ ਘੰਟਿਆਂ ਦਾ ਹਿਸਾਬ ਹੁੰਦਾ ਸੀਗਾ। ਕਿਸੇ ਨੂੰ ਵੀ ਪੁੱਛ ਲਓ ਕਿ ਅਗਲਾ ਜਿਹੜਾ ਕੈਂਪ ਆ ਫਾਕੜਿੰਗ ਹੈ ਜੋ ਜਾਂ ਉਸ ਤੋਂ ਅੱਗੇ ਨਾਮਚੇ ਬਾਜ਼ਾਰ ਹੈ, ਇਹ ਨਾਮ ਨੇ ਕੈਂਪਾਂ ਦੇ, ਕਿ ਆਪਾਂ ਉੱਥੇ ਕਦੋਂ ਤੱਕ ਪਹੁੰਚਾਂਗੇ। ਤਾਂ ਉਹਨਾਂ ਨੇ ਆਪਾਂ ਨੂੰ ਕਿਲੋਮੀਟਰ ਨਹੀਂ ਦੱਸਣੇ, ਉਹਨਾਂ ਨੇ ਕਹਿਣਾ ਕਿ 7 ਘੰਟੇ ਲੱਗਣਗੇ, 8 ਘੰਟੇ ਲੱਗਣਗੇ, 12 ਘੰਟੇ ਲੱਗਣਗੇ। ਪਰ ਤੁਹਾਡੇ ਕੋਲ ਤਾਂ ਸਮਾਨ ਵੀ ਬਹੁਤ ਹੋਣਾ, ਕਿਉਂਕਿ ਤੁਹਾਡੇ ਆਪਣੇ ਅਸਤਰ ਸ਼ਸਤਰ ਤੇ ਕੱਪੜੇ ਲੱਤੇ ਹੋਰ ਖਾਣ ਪੀਣ ਦਾ ਸਮਾਨ ਵੀ ਲੈ ਕੇ ਗਏ ਨਾਲ। ਹਾਂਜੀ ਉੱਥੇ ਕੋਈ ਵਾਹੀਕਲ ਨਹੀਂ ਜਾਂਦਾ ਤੇ ਜੋ ਲੋਕ ਨੇ ਉੱਥੇ ਖੱਚਰਾਂ ਤੇ ਸਮਾਨ ਲੈ ਕੇ ਜਾਂਦੇ ਨੇ ਜਾਂ ਆਪਣੇ ਮੋਢਿਆਂ ਤੇ ਟਾਂਕੇ ਲੈ ਜਾਂਦੇ ਨੇ। ਤਾਂ ਸਾਡੇ ਕੋਲ 15 20 ਕਿਲੋ ਦੇ ਬੈਗ ਸੀਗੇ, ਨਾਲ ਸਾਡੇ ਸ਼ਸਤਰ ਸੀਗੇ ਜਿਹੜੇ ਅਸੀਂ ਨਾਲ ਆਪਣੇ ਟੰਗੇ ਸੀ ਤੇ ਉਹ ਲੈ ਕੇ ਗਏ ਸੀਗੇ ਉੱਪਰ। ਕਿੰਨੇ ਲੋਕ ਗਏ, ਕਿੰਨੇ ਬੰਦੇ ਉੱਥੇ ਪਹੁੰਚੇ? ਜੋ ਪਹਿਲਾ ਰਿਕਾਰਡ ਸੀਗਾ ਅਸੀਂ 5 ਸਿੰਘ ਗਏ ਸੀਗੇ, ਪ੍ਰਭਸ਼ਰਨ ਸਿੰਘ, ਹਰਦੀਪ ਸਿੰਘ, ਕੁਲਜੀਤ ਸਿੰਘ, ਜਸ਼ਨਦੀਪ ਸਿੰਘ ਤੇ ਜਸਪ੍ਰੀਤ ਸਿੰਘ। ਸਾਰੇ ਭਰਾ ਤੁਹਾਡੇ ਨਾਲ ਹੀ ਸੀ? ਹਾਂਜੀ ਇਹ ਦੂਜੇ ਵਰਲਡ ਰਿਕਾਰਡ ਦੇ ਸਾਡੇ ਨਾਲ ਸੀਗੇ। ਅੱਛਾ, ਤੁਹਾਡਾ ਕੀ ਨਾਮ ਹੈ ਜੀ? ਮੱਖਣ ਸਿੰਘ ਜੀ। ਮੱਖਣ ਸਿੰਘ ਜੀ, ਦੂਜਾ ਵਰਲਡ ਰਿਕਾਰਡ ਜਿਵੇਂ ਪਹਿਲੇ ਬਾਰੇ ਤਾਂ ਦੱਸਤਾ, ਦੂਜਾ ਵਰਲਡ ਰਿਕਾਰਡ ਆ ਉਹ ਕਿੱਥੇ ਬਣਾਇਆ? ਦੂਜਾ ਵਰਲਡ ਰਿਕਾਰਡ ਬਣਾਇਆ ਜੀ ਅਸੀਂ ਦੁਨੀਆ ਦਾ ਸਭ ਤੋਂ ਉੱਚਾ ਰੋਡ ਹੈ ਉਮਲਿੰਗਲਾ, ਤੇ ਉਹ ਹੈਗਾ ਜੀ 19024 ਫਿਟ ਦੀ ਉਚਾਈ ਤੇ। ਉੱਥੇ ਅਸੀਂ ਗੱਤਕਾ ਖੇਡ ਕੇ 21 ਜੂਨ ਇੰਟਰਨੈਸ਼ਨਲ ਗੱਤਕਾ ਡੇ ਨੂੰ ਗੱਤਕਾ ਖੇਡਿਆ ਤੇ ਦੂਜਾ ਵਰਲਡ ਰਿਕਾਰਡ ਬਣਾਇਆ ਜੀ। ਕਿਵੇਂ ਮਨ ਚ ਆਇਆ ਵੀ ਦੁਨੀਆ ਦੀ ਸਭ ਤੋਂ ਉੱਚੀ ਸੜਕ ਤੇ ਜਾਣਾ, ਉੱਥੇ ਜਾ ਕੇ ਗੱਤਕਾ ਖੇਡਣਾ? ਇੱਕ ਸਾਡੇ ਭਰਾ ਨੇ ਪ੍ਰਭਸ਼ਰਨ ਵੀਰਾ ਹਰਿਆਣੇ ਤੋਂ, ਤੇ ਉਹਨਾਂ ਨੇ ਇਹ ਡਿਸਾਈਡ ਕਰਿਆ ਸੀਗਾ, ਮਤਲਬ ਇਹ ਪਲਾਨ ਸਾਰਾ ਬਣਾਇਆ ਸੀਗਾ ਤੇ ਅਸੀਂ ਤਾਂ ਉਹਨਾਂ ਦੇ ਨਾਲ ਸਿਰਫ ਚੱਲੇ ਸੀਗੇ। ਸਾਨੂੰ ਨਹੀਂ ਸੀਗਾ ਪਤਾ ਵੀ ਇਹ ਏਡਾ ਵੱਡਾ ਮਾਣਯੋਗ ਹਾਸਿਲ ਹੋਊਗਾ ਸਾਨੂੰ, ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਅਸੀਂ ਵਰਲਡ ਰਿਕਾਰਡ ਬਣਾਉਣ 'ਚ ਸਫਲ ਹੋਏ ਜੀ। ਚਲੋ ਵੈਸੇ ਤਾਂ ਕਹਿੰਦੇ ਆ ਗੁਰੂ ਸਾਹਿਬ ਦੀਆਂ ਲਾਡਲੀਆਂ ਫੌਜਾਂ ਨੇ, ਇਹਨਾਂ ਤੇ ਗੁਰੂ ਦੀ ਬੜੀ ਅਸੀਮ ਕਿਰਪਾ ਵਰਸਦੀ ਹੈ, ਪਰ ਬਹਾਦਰ ਫੌਜਾਂ ਵੀ ਨੇ, ਤਾਂ ਹੀ ਐਡਾ ਵੱਡਾ ਤੁਸੀਂ ਜਿਹੜਾ ਹਮਲਾ ਮਾਰਿਆ। ਉਮਰ ਤੁਹਾਡੀ ਕਿੰਨੀ ਹੈ ਜੀ? ਮੇਰੀ 17 ਸਾਲ ਹੈ ਜੀ। ਨਾਮ ਕੀ ਹੈ? ਹੁਸਨਪ੍ਰੀਤ ਸਿੰਘ। ਹੁਸਨ ਜੀ, 17 ਸਾਲ ਦੀ ਉਮਰ ਦੇ ਵਿੱਚ ਐਡਾ ਵੱਡਾ ਕੰਮ ਕਰਨਾ ਘਰਦਿਆਂ ਨੇ ਰੋਕਿਆ ਨਹੀਂ ਜਾਂ ਆਪ ਡਰ ਨਹੀਂ ਲੱਗਿਆ? ਨਹੀਂ ਜੀ, ਨਹੀਂ ਲੱਗਿਆ। ਨਾ ਜੀ। ਕਿਉਂਕਿ ਮੈਨੂੰ ਪਤਾ ਲੱਗਿਆ ਬਾਈ ਦੱਸ ਰਹੇ ਸੀ ਕਿ ਉੱਪਰ ਆਕਸੀਜਨ ਦੀ ਵੀ ਕਮੀ ਸੀ, ਸਿਲੰਡਰ ਲਗਾਉਣਾ ਪੈਂਦਾ ਸੀ। ਹਾਂਜੀ, ਜਦੋਂ ਖੇਡ ਕੇ ਹਟਦੇ ਸੀ ਉਦੋਂ ਇੱਕ ਵਾਰ ਪੰਪ ਜਾਂ 2 ਵਾਰ ਪੰਪ ਲੈਣਾ ਪੈਂਦਾ ਸੀ ਆਕਸੀਜਨ ਸਿਲੰਡਰ ਦਾ। ਨਹੀਂ ਸੀਗਾ, ਸਾਹ ਨਹੀਂ ਮਿਲਦਾ ਸੀ। ਹਾਂਜੀ, ਬਹੁਤ ਘੱਟ ਲੋ ਆਕਸੀਜਨ ਸੀ, ਬਹੁਤ ਜ਼ਿਆਦਾ। ਹਾਂਜੀ। ਸੋ 17 ਸਾਲ ਦੀ ਉਮਰ ਹੈ ਜੀ, ਜਜ਼ਬਾ ਹੋਣਾ ਚਾਹੀਦਾ। ਉਮਰ ਤਾਂ ਫਿਰ ਇੱਕ ਨੰਬਰ ਹੀ ਹੁੰਦਾ। ਤੁਹਾਡਾ ਕੀ ਨਾਮ ਹੈ ਜੀ? ਗੁਰਵਿੰਦਰ ਸਿੰਘ। ਗੁਰਵਿੰਦਰ ਸਿੰਘ, ਤੁਸੀਂ ਕਿਹੜੇ ਵਰਲਡ ਰਿਕਾਰਡ ਦੇ ਵਿੱਚ ਸੀਗੇ ਇਹਨਾਂ ਦੇ ਨਾਲ? ਸੈਕਿੰਡ ਵਰਲਡ ਰਿਕਾਰਡ। ਹਾਂਜੀ। ਕਹਿੰਦੇ ਦੁਨੀਆ ਦੀ ਸਭ ਤੋਂ ਉੱਚੀ ਸੜਕ ਹੈ ਉਹ, ਫਿਰ ਐ ਨਹੀਂ ਲੱਗਿਆ ਮਨ ਦੇ ਵਿੱਚ ਵੀ ਸਭ ਤੋਂ ਉੱਚੀ ਸੜਕ ਤੇ ਕੀ ਲੋੜ ਹੈ ਜਾਣ ਦੀ, ਆਪਾਂ ਤਾਂ ਗੱਤਕਾ ਇੱਥੇ ਵੀ ਦਿਖਾ ਸਕਦੇ ਹਾਂ? ਨਹੀਂ, ਅਸੀਂ ਆਹੀ ਗੱਲਾਂ ਕਰਕੇ ਹੀ ਸਭ ਤੋਂ ਉੱਚੀ ਸੜਕ ਤੇ ਗਏ ਸੀਗੇ। ਅਸੀਂ ਵਰਲਡ ਰਿਕਾਰਡ ਬਣਾਉਣਾ ਸੀਗਾ, ਗੱਤਕੇ ਨੂੰ ਉੱਚੇ ਲੈਵਲ ਤੇ ਲੈ ਕੇ ਜਾਣਾ ਸੀਗਾ। ਸਾਨੂੰ ਉੱਥੇ ਬਹੁਤ ਸਾਰੀ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪਿਆ ਜੀ। ਸੋ ਮੁਸ਼ਕਲਾਂ ਤਾਂ ਆਣੀਆਂ ਹੀ ਸੀ, ਕਿਉਂਕਿ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਜਿੱਥੇ ਚੜ੍ਹਨ ਵਾਸਤੇ ਕਈ ਸਾਲਾਂ ਦੀ ਟ੍ਰੇਨਿੰਗ ਲੈਣੀ ਪੈਂਦੀ ਹੈ, ਸਟੈਮਿਨਾ ਬਿਲਡ ਕਰਨਾ ਪੈਂਦਾ, ਫਿਰ ਉਸ ਤਰ੍ਹਾਂ ਦੇ ਜਿਹੜੇ ਸਾਜੋ ਸਮਾਨ ਰੱਖਣੇ ਪੈਂਦੇ ਆ, ਫਿਰ ਬੰਦਾ ਉੱਥੇ ਚੜ੍ਹਦਾ। ਪਰ ਤੁਸੀਂ ਉਸ ਦੇ ਬੇਸ ਕੈਂਪ ਤੇ ਪਹੁੰਚ ਕੇ ਗੱਤਕਾ ਖੇਡਿਆ, ਮਤਲਬ ਗੱਤਕੇ ਨੂੰ ਪ੍ਰਮੋਟ ਕਰਨ ਵਾਸਤੇ ਅਜਿਹਾ ਜਜ਼ਬਾ ਹੋਣਾ ਬਹੁਤ ਜ਼ਰੂਰੀ ਸੀ, ਕਿਉਂਕਿ ਬਿਨਾਂ ਜਜ਼ਬੇ ਤੋਂ ਇਹ ਕੰਮ ਨੂੰ ਅਸੀਂ ਕਰ ਨਹੀਂ ਸਕਦੇ ਸੀ। ਆਕਸੀਜਨ ਸਿਲੰਡਰ ਦੀ ਕੀ ਉੱਥੇ ਇੰਨੀ ਕਿਉਂ ਜ਼ਰੂਰਤ ਪੈ ਰਹੀ ਸੀ? ਕਿਉਂਕਿ ਸਾਨੂੰ ਇੱਥੇ ਬਹੁਤ ਲੋਕ ਮਿਲੇ ਸੀਗੇ, ਕਿਉਂਕਿ ਆਪਾਂ ਜਦੋਂ ਕਿਤੇ ਜਾਂਦੇ ਹਾਂ ਨਾ ਉਹਦੀ ਪਲੈਨਿੰਗ ਆਪਾਂ ਨੂੰ ਪਹਿਲੇ ਤੋਂ ਕਰਨੀ ਪੈਂਦੀ ਆ। ਤਾਂ ਜਿਹੜੇ ਲੋਕ ਗਏ, ਅਸੀਂ ਵਿਜ਼ਿਟ ਕੀਤਾ, ਉਹਨਾਂ ਨੂੰ ਮਿਲੇ, ਤਾਂ ਉਹਨਾਂ ਨੇ ਸਾਨੂੰ ਇਹ ਕਿਹਾ ਕਿ ਉੱਥੇ ਤਾਂ ਅਸੀਂ 100 ਮੀਟਰ ਵੀ ਕੋਈ ਬੰਦਾ ਤੁਰ ਨਹੀਂ ਸਕਦਾ। ਤਾਂ ਗੱਤਕਾ ਖੇਡਣਾ ਤੇ ਆਪਣੇ ਆਪ ਦੇ ਵਿੱਚ ਇੱਕ ਪਾਗਲਪਨ ਹੈ ਕਿ ਤੁਸੀਂ ਆਪਣੀ ਜਾਨ ਜੋਖੇ ਤੇ ਲੈ ਰਹੇ ਹੋ, ਇੰਨਾ ਵੱਡਾ ਰਿਸਕ ਲੈ ਰਹੇ ਹੋ ਗੱਤਕਾ ਇੱਕ ਸਿਰਫ ਰਿਕਾਰਡ ਵਾਸਤੇ। ਤਾਂ ਸਾਡੇ ਅੰਦਰ ਇੱਕ ਇੰਸਪੀਰੇਸ਼ਨ ਐਸੀ ਸੀਗੀ, ਕਿਉਂਕਿ ਜਿੱਥੇ ਆਪਾਂ ਖੇਡੇ ਸੀਗੇ ਉਹ ਇੱਕ ਖਾਲਸਾ ਰਾਜ ਸੀਗਾ 182 ਸਾਲ ਪਹਿਲੇ। ਮਹਾਰਾਜਾ ਰਣਜੀਤ ਸਿੰਘ ਜੀ ਨੇ ਉਹ ਸਾਰੇ ਤਿੱਬਤ ਦੇ ਏਰੀਆ ਵਿੱਚ ਰਾਜ ਕੀਤਾ ਸੀਗਾ, ਜਨਰਲ ਜੋਰਾਵਰ ਸਿੰਘ ਜੀ ਸੀਗੇ। ਤਾਂ ਇਹ ਬਹੁਤ ਮਹਾਨ ਸ਼ਖਸੀਅਤਾਂ ਜੋ ਸਾਡੇ ਸਿੱਖ ਪੰਥ ਦੀਆਂ ਨੇ, ਤਾਂ ਇਹ ਸਾਨੂੰ ਇੰਸਪੀਰੇਸ਼ਨ ਦਿੰਦੀਆਂ ਨੇ, ਸਾਨੂੰ ਮੋਟੀਵੇਸ਼ਨ ਦਿੰਦੀਆਂ ਨੇ ਕਿ ਜੇ ਸਾਡੇ ਵੱਡ ਵਡੇਰੇ ਉੱਥੇ ਰਹਿ ਸਕਦੇ ਆ ਕਿ ਇੰਨੀ ਮਤਲਬ ਕਿ ਇੰਨੇ ਠੰਡੇ ਇਲਾਕੇ ਦੇ ਵਿੱਚ ਮਾਈਨਸ ਟੈਂਪਰੇਚਰ ਦੇ ਵਿੱਚ ਉਹ ਸਰਵਾਈਵ ਕਰ ਸਕਦੇ ਆ, ਤਾਂ ਅਸੀਂ ਕਿਉਂ ਨਹੀਂ ਕਰ ਸਕਦੇ। ਤਾਂ ਇਹ ਚੀਜ਼ ਨੂੰ ਅਸੀਂ ਮੋਟੀਵੇਸ਼ਨ ਲੈ ਕੇ ਅਸੀਂ ਪੂਰੀ ਤਿਆਰੀ ਕਰਕੇ ਆਕਸੀਜਨ ਸਿਲੰਡਰ ਲੈ ਕੇ ਤੇ ਉੱਪਰ ਚਲੇ ਗਏ ਸੀਗੇ ਜੀ। ਤੇ ਉੱਥੇ ਬਿਲਕੁਲ ਜੀ, ਫਿਰ ਜੇਕਰ ਮਹਾਰਾਜਾ ਰਣਜੀਤ ਸਿੰਘ ਦੇ ਇਤਿਹਾਸ ਤੋਂ ਮੋਟੀਵੇਸ਼ਨ ਲਿੱਤੀ ਹੋਵੇ ਤਾਂ ਫਿਰ ਕਿੱਥੇ ਬੰਦਾ ਹਾਰ ਮੰਨਦਾ। ਸੋ ਆਕਸੀਜਨ ਦੇ ਸਿਲੰਡਰ ਵੀ ਲੈ ਕੇ ਗਏ, ਤਿਆਰੀ ਵੀ ਕਰਕੇ ਗਏ, ਪਰ ਟੈਂਪਰੇਚਰ ਤਾਂ ਦੇਖੋ ਉਵੇਂ ਹੀ ਸੀ, ਠੰਡ ਤਾਂ ਉਵੇਂ ਹੀ ਸੀ। ਕਿੰਨੇ ਟੈਂਪਰੇਚਰ ਤੁਸੀਂ ਖੇਡ ਰਹੇ ਸੀ? ਜੀ ਅਸੀਂ ਉੱਥੇ -1 ਜਾਂ 2 ਟੈਂਪਰੇਚਰ ਹੋਊਗਾ।
ਪਰ ਉੱਥੇ ਹਵਾ ਬਹੁਤ ਜ਼ਿਆਦਾ ਚੱਲਦੀ ਆ। ਜਿੱਥੇ ਅਸੀਂ ਪਹਿਲੇ ਗਏ ਸੀਗੇ ਉੱਥੇ ਅਸੀਂ -10 ਟੈਂਪਰੇਚਰ ਦੇ ਵਿੱਚ ਖੇਡੇ ਸੀਗੇ ਐਵਰੈਸਟ ਬੇਸ ਕੈਂਪ ਤੇ। ਉਹ ਆਲੇ ਦੁਆਲੇ ਸਾਰਾ ਗਲੇਸ਼ੀਅਰ ਸੀਗਾ ਤੇ ਵੱਡੇ ਵੱਡੇ ਪੱਥਰ ਸੀਗੇ। ਉਹ ਪੱਥਰਾਂ ਨੂੰ ਸਾਈਡ ਕਰਕੇ ਛੋਟੇ ਛੋਟੇ ਪੱਥਰ ਸੀਗੇ ਥੱਲੇ, ਉਹ ਪੂਰਾ ਚੰਗਾ ਸਰਫੇਸ ਬਣਾ ਕੇ ਅਸੀਂ ਥੱਲੇ ਤੇ ਉੱਥੇ ਅਸੀਂ ਗੱਤਕਾ ਪਰਫਾਰਮ ਕੀਤਾ ਸੀਗਾ। ਬਟ ਇਹ ਇੱਕ ਉੱਚਾ ਰੋਡ ਸੀਗਾ, ਸਾਨੂੰ ਐ ਸੀਗਾ ਕਿ ਅਸੀਂ ਜ਼ਿਆਦਾ ਜਣੇ ਜਾਈਏ, ਕਿਉਂਕਿ ਇੱਕ ਤਾਂ ਅਸੀਂ ਉੱਥੇ ਵਾਹੀਕਲ ਤੇ ਜਾਣਾ ਸੀਗਾ, ਦੂਜਾ ਸਾਨੂੰ ਇਹ ਸੀ ਕਿ ਸਾਡੀ ਜਿਹੜੀ ਗੇਮ ਹੈ ਉਹਦੀ ਪਰਫੈਕਸ਼ਨ ਹੋਰ ਆਵੇ, ਤਾਂ ਉਹਦੇ ਲਈ ਸਾਨੂੰ ਜ਼ਿਆਦਾ ਪਲੇਅਰ ਚਾਹੀਦੇ ਸੀਗੇ। ਤਾਂ ਅਸੀਂ ਆਪਸ 'ਚ ਗੱਲ ਕੀਤੀ, ਟੀਮ ਸਿਲੈਕਟ ਕੀਤੀ, ਤਾਂ ਅਸੀਂ 8 ਪਲੇਅਰ ਉੱਥੇ ਗਏ ਤੇ ਉੱਥੇ ਜਾ ਕੇ ਗੱਤਕੇ ਦਾ ਦੂਜਾ ਵਰਲਡ ਰਿਕਾਰਡ ਬਣਾਇਆ ਜੀ। ਹੁਣ 3 ਜਿਹੜੇ ਤੁਹਾਡੇ ਪਹਿਲਾ ਸੀਗਾ ਉਹਦੇ 3 ਨਾਮ ਦਰਜ ਹੋਏ ਆ ਤੇ ਦੂਜੇ ਦੇ ਵਿੱਚ ਕਿੰਨੇ ਹੋਏ ਆ ਕਿ ਟੋਟਲ 3 ਹੋਏ ਆ? ਹਾਂਜੀ, ਜਿਹੜਾ ਪਹਿਲਾ ਵਰਲਡ ਰਿਕਾਰਡ ਸੀਗਾ ਉਹਦੇ ਵਿੱਚ ਸਾਡਾ ਇੰਡੀਆ ਬੁੱਕ ਆਫ ਰਿਕਾਰਡ ਤੇ ਏਸ਼ੀਆ ਬੁੱਕ ਆਫ ਰਿਕਾਰਡ, ਇੰਟਰਨੈਸ਼ਨਲ ਬੁੱਕ ਆਫ ਰਿਕਾਰਡ ਦੇ ਵਿੱਚ ਸਾਡਾ ਜੋ ਵਰਲਡ ਰਿਕਾਰਡ ਹੈ ਉਹ ਦਰਜ ਹੋ ਚੁੱਕਿਆ। ਬਟ ਜਿਹੜਾ ਹੁਣ ਰੀਸੈਂਟਲੀ ਨਵਾਂ ਰਿਕਾਰਡ ਬਣਾਇਆ ਉਹ ਅਸੀਂ ਹਲੇ ਫੋਰਮ ਵਗੈਰਾ ਉਹ ਸਾਰੇ ਡਾਕੂਮੈਂਟੇਸ਼ਨ ਹੈ ਜੋ ਇਲੈਕਟ੍ਰੋਨਿਕ ਮੀਡੀਆ ਉਹ ਸਾਰਾ ਉਹਨਾਂ ਨੂੰ ਸੈਂਡ ਕਰਨਾ ਰਿਕਾਰਡ ਵਾਲਿਆਂ ਨੂੰ, ਤੇ ਫਿਰ ਅੱਗੇ ਜੋ ਸਾਡਾ ਰਿਕਾਰਡ ਬਣ ਜਾਊਗਾ ਤੇ ਗਿਨੀਜ਼ ਦੇ ਵਿੱਚ ਵੀ ਅਸੀਂ ਪੂਰਾ ਜ਼ੋਰ ਮਾਰ ਰਹੇ ਹਾਂ ਕਿ ਸਾਡਾ ਗੱਤਕੇ ਦਾ ਜੋ ਨਾਮ ਹੈ ਗਿਨੀਜ਼ ਦੇ ਵਿੱਚ ਦਰਜ ਹੋਵੇ। ਬਿਲਕੁਲ ਹੋਊਗਾ ਜੀ, ਕਿਉਂਕਿ ਹਾਲੇ ਤੱਕ ਕਿਸੇ ਨੇ ਵੀ ਇਸ ਤਰ੍ਹਾਂ ਦਾ ਜਿਹੜਾ ਕੰਮ ਨਹੀਂ ਕੀਤਾ ਔਰ ਵਰਲਡ ਰਿਕਾਰਡ ਬਣੂਗਾ। ਜਿਸ ਤਰ੍ਹਾਂ ਤੁਸੀਂ ਪਹਿਲਾਂ ਕਿਹਾ 3 ਬਣ ਚੁੱਕੇ ਨੇ, ਇਹ ਵੀ ਗਿਨੀਜ਼ ਦੇ ਵਿੱਚ ਵੀ ਜ਼ਰੂਰ ਨਾਮ ਆਊਗਾ, ਕਿਉਂਕਿ ਇਸ ਚੋਟੀ ਦੇ ਉੱਤੇ ਜਾਂ ਇਸ ਸਭ ਤੋਂ ਵੱਡੇ ਰਸਤੇ ਦੇ ਉੱਤੇ ਪਹੁੰਚ ਕੇ ਕਿਸੇ ਨੇ ਵੀ ਇਸ ਤਰ੍ਹਾਂ ਕਰਨ ਦਾ ਹੌਸਲਾ ਹੀ ਨਹੀਂ ਕੀਤਾ ਹਜੇ ਤੱਕ। ਤੁਸੀਂ ਹੌਸਲਾ ਕੀਤਾ ਹੈ ਤੇ ਤੁਹਾਨੂੰ ਉਸ ਦਾ ਜਿਹੜਾ ਕਹਿ ਲਈ ਆਪਾਂ ਸ਼ਰੇਅ ਵੀ ਮਿਲ ਰਿਹਾ ਔਰ ਅੱਗੇ ਵੀ ਮਿਲਦਾ ਰਹੂਗਾ। ਸੋ ਗੱਤਕੇ ਲਈ ਇੰਨਾ ਪਿਆਰ, ਇੰਨਾ ਕਹਿ ਲਈ ਆਪਾਂ ਜਜ਼ਬਾ, ਇਹ ਕਿਵੇਂ ਆਇਆ? ਇੱਕ ਤਾਂ ਅਸੀਂ ਜਿੰਨੇ ਸਿੰਘ ਖੜੇ ਆ ਇੱਥੇ ਜਾਂ ਸਾਡੇ ਨਾਲ ਜਿਹੜੇ ਵੀਰ ਜਿਹੜੇ ਨਹੀਂ ਆ ਸਕੇ ਇੰਟਰਵਿਊ ਦੇ ਹਨਾ, ਤੇ ਅਸੀਂ ਸਾਰੇ ਸਿੱਖ ਫੈਮਿਲੀਜ਼ ਤੋਂ ਬਿਲੋਂਗ ਕਰਦੇ ਹਾਂ। ਇੱਕ ਤਾਂ ਮੀਨਸ ਕਿ ਆਪਾਂ ਹੁੰਦੇ ਆ ਕਿ ਬਾਅਦ ਚੋਂ ਸਿੱਖ ਬਣੇ ਹੋਈ ਹੈ ਹਨਾ ਜਾਂ ਧਰਮ ਬਦਲਿਆ ਹੋਵੇ, ਬਟ ਨਹੀਂ, ਅਸੀਂ ਸਾਰੇ ਮੁੱਢ ਤੋਂ ਹੀ ਸਿੱਖੀ ਨਾਲ ਜੁੜੇ ਹਾਂ, ਛੋਟੇ ਹੁੰਦਿਆਂ ਤੋਂ ਹੀ। ਉਦੋਂ ਅਸੀਂ 6-6 7-7 ਸਾਲਾਂ ਦੇ ਸੀਗੇ ਜਦੋਂ ਸਾਰੇ ਇੱਕ ਦੂਜੇ ਨਾਲ ਰਲਦੇ ਮਿਲਦੇ ਸੀਗੇ, ਘੁਲਦੇ ਸੀਗੇ ਤੇ ਗੱਤਕੇ ਦੀ ਮਿਹਨਤ ਕਰਦੇ ਸੀਗੇ। ਤਾਂ 15-16 ਸਾਲ ਸਾਨੂੰ ਗੱਤਕਾ ਖੇਡਦੇ ਹੋ ਗਏ। ਘੱਟੋ ਘੱਟ ਅਸੀਂ ਜਿੰਨੇ ਪਲੇਅਰ ਖੜੇ ਆ ਸਾਰੇ ਨੈਸ਼ਨਲ 골ਡ ਮੈਡਲਿਸਟ ਨੇ, 5-6 ਵਾਰੀ ਸਾਡੇ ਨੈਸ਼ਨਲ 'ਚ 골ਡ ਨੇ, ਇੰਡੀਆ ਲੈਵਲ ਦੇ ਵਿੱਚ ਸਾਡਾ 골ਡ ਆ। ਤਾਂ ਸਾਰੀਆਂ ਅਸੀਂ ਪ੍ਰਾਪਤੀਆਂ ਕਰਕੇ ਉਸ ਤੋਂ ਬਾਅਦ ਅਸੀਂ ਸੋਚਿਆ ਕਿ ਹੁਣ ਅਸੀਂ ਆਪਣੀ ਗੇਮ ਦੇ ਵਿੱਚ ਪਰਫੈਕਸ਼ਨ ਤਾਂ ਲੈ ਕੇ ਆਏ ਆ ਆਪਣੇ ਆਪ ਦੇ ਵਿੱਚ, ਬਟ ਅਸੀਂ ਹੁਣ ਇੱਕ ਵੱਡਾ ਕਦਮ ਚੱਕੀਏ ਕਿ ਜਿਹਦੇ ਨਾਲ ਗੱਤਕਾ ਪ੍ਰਮੋਟ ਹੋਵੇ, ਸਿੱਖ ਮਾਰਸ਼ਲ ਆਰਟ ਹੈ ਜੋ ਉਹ ਇੱਕ ਵੱਡੇ ਲੈਵਲ ਤੇ ਸਾਨੂੰ ਉਸਦੀ ਝਲਕ ਦਿਖੇ ਜੀ। ਸੋ ਉਹਦੇ 'ਚ ਤੁਸੀਂ ਕਾਫੀ ਅੱਗੇ ਤੱਕ ਵੱਧ ਰਹੇ ਹੋ, ਤੁਹਾਡੀ ਕਾਮਯਾਬੀ ਜਿਹੜੀ ਤੁਹਾਨੂੰ ਮਿਲ ਰਹੀ ਹੈ। ਅੱਗੇ ਕੀ ਟੀਚਾ ਸੋਚਿਆ? ਇਸ ਤੋਂ ਅੱਗੇ ਵੀ ਕੁਝ ਸੋਚਿਆ ਹੋਇਆ? ਅੱਗੇ ਸੋਚਿਆ, ਬਟ ਗੱਲ ਥੋੜੀ ਜਿਹੀ ਫਾਈਨੈਂਸ਼ੀਅਲ ਤੇ ਆ ਜਾਂਦੀ ਹੈ। ਸਾਡੀ ਫਾਈਨੈਂਸ਼ੀਅਲੀ ਕੋਈ ਹੈਲਪ ਨਹੀਂ ਹੋਈ। ਜਦੋਂ ਅਸੀਂ ਪਹਿਲਾ ਵਰਲਡ ਰਿਕਾਰਡ ਬਣਾਇਆ ਸੀਗਾ ਤਾਂ ਉਹਦਾ ਸਾਡਾ 2.5 ਤੋਂ 3 ਲੱਖ ਖਰਚਾ ਆ ਗਿਆ ਸੀਗਾ। ਤਾਂ ਇੱਕ ਜਣੇ ਦਾ 40 ਤੋਂ 45 ਹਜ਼ਾਰ ਖਰਚਾ ਆ ਗਿਆ ਸੀਗਾ। ਤੇ ਮੈਕਸਿਮਮ ਜੋ ਉਹਦੇ ਵਿੱਚ ਸਾਡੀ ਵੀਰ ਭਰਾਵਾਂ ਨੇ ਜਿਹੜੇ ਵੀਰ ਤੇ ਭੈਣਾਂ ਸਾਡੀਆਂ ਬਾਹਰ ਨੇ, ਫੋਰਨ ਦੇ ਵਿੱਚ ਨੇ, ਅਸੀਂ ਸਾਰਿਆਂ ਨੂੰ ਸੱਦਾ ਲਾਤਾ ਕਿ ਸਾਡੀ ਹੈਲਪ ਕਰੋ, ਦਸਵੰਧ ਕੱਢੋ ਜਿੰਨਾ ਵੀ ਹੋ ਸਕਦਾ। ਸਾਰਿਆਂ ਨੇ ਹੈਲਪ ਕੀਤੀ, ਬਟ ਸਾਡੀ ਫਾਈਨੈਂਸ਼ੀਅਲੀ ਕਿਸੇ ਟਰਸਟ ਨੇ ਤੇ ਕਿਸੇ ਵੀ ਆਪਣੇ ਪੰਜਾਬ ਦੀ ਫੈਡਰੇਸ਼ਨ ਨੇ, ਫਾਊਂਡੇਸ਼ਨ ਨੇ ਸਾਡੀ ਕੋਈ ਹੈਲਪ ਨਹੀਂ ਕੀਤੀ। ਤਾਂ ਫਿਰ ਅਸੀਂ 1.5 ਲੱਖ ਰੁਪਇਆ ਕਰਜ਼ਾ ਚੱਕਿਆ ਸੀਗਾ। ਤਾਂ 1.5 ਲੱਖ ਰੁਪਇਆ ਕਰਜ਼ਾ ਚੱਕ ਕੇ ਸਾਨੂੰ ਇਹ ਸੀਗਾ ਕਿ ਹੁਣ ਜੇ ਅਸੀਂ ਕੁਝ ਕਰ ਹੀ ਰਹੇ ਹਾਂ ਤਾਂ ਅਸੀਂ ਆਪਣੇ ਪੈਰ ਪਿੱਛੇ ਨਾ ਕਰੀਏ, ਤਾਂ ਜੋ ਇੱਕ ਸਿੱਖ ਮਾਰਸ਼ਲ ਆਰਟ ਜੋ ਗੱਤਕੇ ਲਈ ਜੋ ਜਿਹੜੇ ਖਿਡਾਰੀ ਖੇਡਦੇ ਨੇ, ਸਿੰਘ ਖੇਡਦੇ ਨੇ, ਉਹਨਾਂ ਲਈ ਇੱਕ ਨਵਾਂ ਰਾਹ ਬਣ ਸਕੇ। ਤਾਂ ਅਸੀਂ 1.5 ਲੱਖ ਰੁਪਇਆ ਕਰਜ਼ਾ ਚੱਕਿਆ। ਤਾਂ ਪਹਿਲਾ ਰਿਕਾਰਡ ਅਟੈਂਪਟ ਕੀਤਾ। ਦੂਜੇ ਰਿਕਾਰਡ ਵਾਸਤੇ ਅਸੀਂ ਸਾਰਿਆਂ ਨੇ ਆਪ ਆਪਣੇ ਘਰੋਂ ਘਰੀ ਪੈਸੇ ਇਕੱਠੇ ਕੀਤੇ। ਤਾਂ ਜੋ ਤੀਜਾ ਰਿਕਾਰਡ ਹੈ, ਸਾਡੀ ਸਲਾਹ ਚੱਲ ਰਹੀ ਹੈ, ਰਿਸਰਚ ਹੋ ਰਹੀ ਹੈ, ਬਟ ਸਾਨੂੰ ਫਾਈਨੈਂਸ਼ੀਅਲੀ ਬਹੁਤ ਹੈਲਪ ਦੀ ਲੋੜ ਹੈ, ਤਾਂ ਜੋ ਅਸੀਂ ਆਪਣਾ ਕਰਜ਼ਾ ਵੀ ਜੋ ਅਸੀਂ ਵਿਆਜ ਤੇ ਪੈਸੇ ਚੱਕੇ ਆ ਉਹ ਵੀ ਅਸੀਂ ਵਾਪਸ ਕਰ ਸਕੀਏ। ਤਾਂ ਜੋ ਨਿਊ ਰਿਕਾਰਡ ਬਣਾਉਣਾ ਹੈ ਉਹਦੇ ਵਾਸਤੇ ਵੀ ਸਾਨੂੰ ਫਾਈਨੈਂਸ਼ੀਅਲੀ ਹੈਲਪ ਚਾਹੀਦੀ ਹੈ ਜੀ। ਇਹ ਬਹੁਤ ਵੱਡੀ ਤਰਾਸ਼ਦੀ ਹੈ ਕਿ ਕੋਈ ਵੀ ਪਲੇਅਰ ਕਿਸੇ ਗੇਮ ਦੇ ਵਿੱਚ ਹੁੰਦਾ, ਉਸ ਦੇ ਹਾਲਾਤ ਨਹੀਂ ਕੋਈ ਸੁਧਾਰਦਾ। ਵੱਡੇ ਵੱਡੇ ਦਾਅਵੇ, ਵੱਡੇ ਵੱਡੇ ਵਾਅਦੇ ਸਰਕਾਰਾਂ ਵੱਲੋਂ ਕੀਤੇ ਜਾਂਦੇ ਆ। ਬਹੁਤ ਸਾਰੀਆਂ ਫੈਡਰੇਸ਼ਨਸ ਇਸ ਚੀਜ਼ ਦਾ ਦਮ ਭਰਦੀਆਂ ਨੇ ਕਿ ਅਸੀਂ ਆਪਣੀ ਗੇਮ ਨੂੰ, ਆਪਣੇ ਮਾਰਸ਼ਲ ਆਰਟ ਨੂੰ ਅਸੀਂ ਪ੍ਰਮੋਟ ਕਰਦੇ ਆ। ਪਰ ਜਦੋਂ ਇਸ ਤਰ੍ਹਾਂ ਦੇ ਲੋਕ ਜਜ਼ਬਾ, ਜਨੂਨ, ਜਾਨ ਲਗਾ ਕੇ ਇਸ ਚੀਜ਼ ਨੂੰ ਪ੍ਰਮੋਟ ਕਰਦੇ ਆ ਤਾਂ ਫਿਰ ਇਹ ਪੈਸੇ ਪਿੱਛੇ ਕਿਉਂ ਰਹਿ ਜਾਂਦੇ ਆ? ਇਹਨਾਂ ਨੂੰ ਕਰਜ਼ਾ ਚੱਕਣਾ ਪਿਆ, 1.5 ਲੱਖ ਰੁਪਏ ਦਾ ਵਿਆਜ ਭਰ ਰਹੇ ਆ। ਗੱਤਕੇ ਵਾਸਤੇ, ਰਿਕਾਰਡ ਬਣਾਉਣ ਵਾਸਤੇ ਇਹ ਬੱਚੇ ਕਹਿ ਲਈਏ, ਇਹ ਨੌਜਵਾਨ ਕਹਿ ਲਈਏ, ਕਰਜ਼ਾ ਲੈ ਕੇ ਅੱਗੇ ਵਧ ਰਹੇ ਆ। ਇਹ ਬੜੀ ਸ਼ਰਮਸ਼ਾਰ ਕਰਨ ਵਾਲੀ ਗੱਲ ਹੈ। ਬਹੁਤ ਸਾਰੇ ਲੋਕ ਨੇ ਜਿਹੜੇ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਡੋਨੇਸ਼ਨ ਕਰਦੇ ਨੇ ਔਰ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਲੋਕਾਂ ਨੂੰ ਐਪਰੀਸ਼ੀਏਟ ਕਰਦੇ ਆ। ਮੈਂ ਸਰਕਾਰ ਨੂੰ ਵੀ ਬੇਨਤੀ ਕਰੂੰਗਾ, ਕਿਉਂਕਿ ਹੁਣ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਹਰ ਚੀਜ਼ ਦੇ ਵਿੱਚ ਅੱਗੇ ਵਧ ਰਹੀ ਹੈ ਤੇ ਲੋਕਾਂ ਦਾ ਸਾਥ ਦੇ ਰਹੀ ਹੈ। ਤੇ ਜੇਕਰ ਸਾਡੀ ਇਹ ਵੀਡੀਓ ਮਾਨ ਸਾਹਿਬ ਦੇਖਦੇ ਹੋਣ, ਮੁੱਖ ਮੰਤਰੀ ਸਾਹਿਬ ਦੇਖਦੇ ਹੋਣ, ਜਾਂ ਫਿਰ ਸਪੋਰਟਸ ਮਿਨਿਸਟਰ ਦੇਖਦੇ ਹੋਣ, ਖੇਡ ਮੰਤਰੀ ਦੇਖਦੇ ਹੋਣ, ਉਹਨਾਂ ਨੂੰ ਵੀ ਅਸੀਂ ਕਹਾਂਗੇ ਕਿ ਇਹ ਵੀ ਸਾਡੀ ਖੇਡ ਹੈ, ਇਹ ਵੀ ਇੱਕ ਇੰਟਰਨੈਸ਼ਨਲ ਪੱਧਰ ਦੇ ਉੱਤੇ ਜਾਣ ਵਾਲੀ ਗੇਮ ਹੈ ਔਰ ਇਹਨਾਂ ਨੇ ਤਾਂ ਵੱਡੇ ਵੱਡੇ ਮਾਰਕੇ ਮਾਰੇ ਆ। ਇੰਡੀਆ ਦੇ ਵਿੱਚ ਨੈਸ਼ਨਲ 골ਡ ਮੈਡਲ ਜਿਹੜਾ ਇਹਨਾਂ ਨੇ ਲਿੱਤਾ ਹੋਇਆ। ਸੋ ਹੁਣ ਤਾਂ ਮਾਊਂਟ ਐਵਰੈਸਟ ਦੀ ਚੋਟੀ ਤੇ ਪਹੁੰਚ ਗਏ ਨੇ। ਦੁਨੀਆ ਦੀ ਸਭ ਤੋਂ ਵੱਡੀ ਜਿਹੜੀ ਸੜਕ, ਸਭ ਤੋਂ ਉੱਚੀ ਸੜਕ ਹੈ, ਉੱਥੇ ਪਹੁੰਚ ਗਏ ਨੇ। ਤੇ ਉੱਥੇ ਜਾ ਕੇ ਵੀ ਜੇਕਰ ਇਹ ਅੱਜ ਕਰਜ਼ਦਾਰ ਨੇ, ਆਪਣੀ ਗੇਮ ਦੇ ਲਈ ਕਰਜ਼ਾ ਲੈ ਰਹੇ ਨੇ, ਤੇ ਫਿਰ ਕਿਤੇ ਨਾ ਕਿਤੇ ਸ਼ਰਮ ਤਾਂ ਆਣੀ ਬਣਦੀ ਹੋ ਸਾਨੂੰ। ਸੋ ਮੈਂ ਸਮਾਜ ਨੂੰ ਵੀ ਤੇ ਫੈਡਰੇਸ਼ਨਸ ਨੂੰ ਵੀ ਇਹ ਗੁਜ਼ਾਰਿਸ਼ ਕਰੂੰਗਾ ਕਿ ਇਹਨਾਂ ਨੌਜਵਾਨਾਂ ਦਾ, ਇਹਨਾਂ ਸਿੰਘਾਂ ਦਾ ਸਾਥ ਦਿੱਤਾ ਜਾਵੇ, ਤਾਂ ਜੋ ਇਹ ਜਿਸ ਚੀਜ਼ ਦੇ ਉੱਤੇ ਜ਼ੋਰ ਲਗਾ ਰਹੇ ਆ, ਜਾਨ ਲਗਾ ਰਹੇ ਆ, ਉਸ ਤੇ ਘੱਟੋ ਘੱਟ ਧਨ ਦੀ ਕਮੀ ਨਾ ਹੋਵੇ, ਤਾਂ ਜੋ ਇਹਨਾਂ ਨੂੰ ਕਰਜ਼ਾ ਨਾ ਚੱਕਣਾ ਪਵੇ। ਬਈ ਕਰਜ਼ਾ ਹੁਣ ਵਿਆਜ ਭਰਦੇ ਹੋ ਉਹਦਾ?
ਹਾਂਜੀ ਵਿਆਜ ਭਰਦੇ ਹਾਂ ਜੀ, ਸਾਰੇ ਰਲ ਕੇ ਸਾਰੇ ਰਲ ਕੇ ਭਰਦੇ ਹਾਂ ਜੀ। ਕਿੰਨਾ ਵਿਆਜ ਦਿੰਦੇ ਹੋ? ਅਸੀਂ 70,000 ਲੱਗ ਚੱਕਿਆ ਸੀਗਾ ਤੇ 50,000 ਲੱਗ ਚੱਕਿਆ ਸੀਗਾ। ਜਦੋਂ ਅਸੀਂ ਉੱਥੇ ਪਹੁੰਚ ਗਏ ਸੀ ਨਾ ਤਾਂ ਸਾਡੇ ਪੈਸੇ ਖਤਮ ਹੋ ਗਏ ਸੀਗੇ, ਕਿਉਂਕਿ ਜਿਹੜੇ ਸਰ ਸਾਨੂੰ ਲੈ ਕੇ ਗਏ ਸੀਗੇ ਤੇ ਉਦੋਂ ਮਤਲਬ ਕਿ ਪ੍ਰਾਈਸਿਸ ਘੱਟ ਸੀਗੇ, ਤਾਂ ਇੱਕੋ ਦਮ ਉੱਥੇ ਮਹਿੰਗਾਈ ਹੋਣ ਕਰਕੇ ਪ੍ਰਾਈਸਿਸ ਵਧ ਗਏ, ਕਿਉਂਕਿ ਪਹਾੜਾਂ ਦਾ ਸਿਸਟਮ ਹੁੰਦਾ ਉੱਥੇ, ਸਾਰਾ ਸਮਾਨ ਲੋਕਾਂ ਨੇ ਮੋਢਿਆਂ ਤੇ ਚੱਕ ਕੇ ਲਿਜਾਣਾ ਹਨਾ, ਤਾਂ ਉੱਥੇ ਖਾਣ ਪੀਣ ਦਾ ਸਿਸਟਮ ਬਹੁਤ ਜ਼ਿਆਦਾ ਮਹਿੰਗਾ ਹੋ ਗਿਆ ਸੀਗਾ। ਤੇ ਜਦੋਂ ਅਸੀਂ ਫਾਈਨਲ ਡੇ ਐਵਰੈਸਟ ਬੇਸ ਕੈਂਪ ਸਬਮਿਟ ਕਰਨਾ ਸੀਗਾ, ਉਦੋਂ ਅਸੀਂ ਰਾਤ ਰਹੇ ਸੀ, ਤਾਂ ਰਾਤ ਰਹਿਣ ਦਾ ਹੀ ਸਾਡਾ 32,000 ਖਰਚਾ ਆ ਗਿਆ ਸੀਗਾ। ਤੇ ਤਾਂ ਕਰਕੇ ਫਿਰ ਸਾਡੇ ਪੈਸੇ ਖਤਮ ਹੋ ਗਏ ਸੀ, ਤਾਂ ਅਸੀਂ ਐਟ ਏ ਟਾਈਮ ਉਦੋਂ 20,000 ਰੁਪਇਆ ਉਦੋਂ ਫਿਰ ਕਿਸੇ ਤੋਂ ਫੜਿਆ ਸੀਗਾ, ਤਾਂ ਕਰਕੇ ਕੁੱਲ ਮਿਲਾ ਕੇ 1.5 ਲੱਖ ਦੇ ਨੇੜੇ ਤੇੜੇ ਸਾਡਾ ਜੋ ਪੈਸਾ ਸੀਗਾ ਉਹ ਅਸੀਂ ਵਿਆਜ ਤੇ ਚੱਕੇ ਨੇ। ਤਾਂ ਕੁਝ ਪੈਸੇ ਅਸੀਂ ਮਤਲਬ ਵਿਆਜ ਭਰ ਰਹੇ ਹਾਂ ਹਾਲੇ, ਬਟ ਸਾਡੀ ਕੋਈ ਹੈਲਪ ਨਹੀਂ ਹੋਈ, ਤਾਂ ਕਰਕੇ ਅਸੀਂ ਵੀ ਜੇਕਰ ਰਿਕਵੈਸਟ ਤੁਹਾਡੀ ਕੋਈ ਮਦਦ ਕਰਨਾ ਚਾਹੁੰਦਾ ਹੋਵੇ, ਤੁਹਾਡੇ ਫੈਡਰੇਸ਼ਨ ਨੂੰ ਜਾਂ ਤੁਹਾਡੀ ਜਿਹੜੀ ਵੀ ਦੋਸਤਾਂ ਦੀ ਆਰਗੇਨਾਈਜੇਸ਼ਨ ਹੈ ਇਸ ਨੂੰ ਮਦਦ ਕਰਨਾ ਚਾਹੁੰਦਾ ਹੋ, ਕੀ ਨੰਬਰ ਹੈ ਤੁਹਾਡਾ ਉਹ ਵੀ ਦੱਸੋ। ਹਾਂਜੀ ਨੰਬਰ ਸਾਡਾ ਅਕਾਊਂਟ ਨੰਬਰ ਤੁਹਾਨੂੰ ਦੱਸ ਦਿੰਦੇ ਆ। ਅਕਾਊਂਟ ਨੰਬਰ ਦੱਸ ਦਿਓ। ਹਾਂਜੀ ਮੋਬਾਈਲ ਨੰਬਰ 9876583182। ਜਿਹੜਾ ਵੀ ਵੀਰ ਭਰਾ ਸਾਡੀ ਹੈਲਪ ਕਰਨਾ ਚਾਹੁੰਦਾ ਉਹ ਵੱਧ ਤੋਂ ਵੱਧ ਸਾਡੀ ਹੈਲਪ ਕਰੋ, ਤਾਂ ਕਿ ਅਸੀਂ ਗੱਤਕੇ ਨੂੰ ਜੋ ਅਸੀਂ ਸੋਚਿਆ ਆਪਣੀ ਤਨ ਦੇ ਮਨ ਦੀ ਅਸੀਂ ਆਪਣੀ ਪੂਰੀ ਅਸੀਂ ਆਪਣੀ ਪੂਰੀ ਮਿਹਨਤ ਨਾਲ ਅਸੀਂ ਗੱਤਕੇ ਨੂੰ ਇੱਕ ਵੱਡੇ ਲੈਵਲ ਤੇ ਲੈ ਕੇ ਜਾਵਾਂਗੇ। ਬਟ ਤੁਹਾਡੀ ਸਾਰਿਆਂ ਦੀ ਸਾਨੂੰ ਬਹੁਤ ਸਪੋਰਟ ਦੀ ਲੋੜ ਹੈ ਜੀ। ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਸਾਰਿਆਂ ਦਾ, ਬਹੁਤ ਬਹੁਤ ਧੰਨਵਾਦ। ਤੁਸੀਂ ਇੰਨੀ ਮਿਹਨਤ ਕਰ ਰਹੇ ਹੋ, ਤੁਹਾਡੇ ਅੰਦਰ ਇੰਨਾ ਜਨੂਨ ਹੈ ਗੱਤਕੇ ਲਈ, ਤੇ ਅਸੀਂ ਵੀ ਇਹੀ ਰਿਕੁਐਸਟ ਕਰਾਂਗੇ ਕਿ ਜੇਕਰ ਤੁਸੀਂ ਚਾਹੁੰਦੇ ਹੋ ਕਿ ਗੱਤਕਾ ਜਿਹੜਾ ਸਿੱਖ ਮਾਰਸ਼ਲ ਆਰਟ ਕਿਹਾ ਜਾਂਦਾ ਹੈ ਉਹ ਪ੍ਰਮੋਟ ਹੋਵੇ, ਅੱਗੇ ਆਉਣ ਵਾਲੀ ਪੀੜ੍ਹੀ ਇਸ ਨੂੰ ਸਿੱਖੇ, ਕਿਉਂਕਿ ਇਹ ਕੋਈ ਆਮ ਚੀਜ਼ ਨਹੀਂ ਹੈ, ਇਹ ਉਹ ਕਲਾ ਹੈ ਕਿ ਇੱਕ ਇਨਸਾਨ ਨੂੰ 10-15 ਇਨਸਾਨਾਂ ਦੇ ਨਾਲ ਲੜਨ ਦੇ ਕਾਬਿਲ ਬਣਾ ਸਕਦੀ ਹੈ, ਮਤਲਬ ਉਹ ਆਰਟ ਹੈ ਇਹ। ਤੇ ਇਹ ਬੱਚੇ ਇਸ ਨੂੰ ਕਿੱਥੇ ਤੱਕ ਲੈ ਕੇ ਜਾ ਰਹੇ, ਮਾਊਂਟ ਐਵਰੈਸਟ ਤੱਕ ਲੈ ਕੇ ਜਾਣਾ ਚਾਹੁੰਦੇ ਆ, ਲਿਜਾ ਚੁੱਕੇ ਆ, ਇਸ ਤੋਂ ਉੱਪਰ ਲਿਜਾਣਾ ਚਾਹੁੰਦੇ ਆ, ਤੇ ਤੁਸੀਂ ਇਹਨਾਂ ਦੀ ਮਦਦ ਜ਼ਰੂਰ ਕਰੋ। ਜਿਸ ਤਰ੍ਹਾਂ ਕਿ ਇਹਨਾਂ ਨੇ ਆਪਣਾ ਨੰਬਰ ਦੱਸਿਆ, ਜਾਂ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ, ਪਟਿਆਲਾ ਦੇ ਵਿੱਚ ਇਹ ਰਹਿੰਦੇ ਆ, ਤੇ ਇਹਨਾਂ ਦੀ ਮਦਦ ਜ਼ਰੂਰ ਕਰੋ। ਇਹਨਾਂ ਨੂੰ ਕਰਜ਼ਾ ਲੈਣਾ ਪਿਆ, ਬਸ ਇਸ ਬਾਰੇ ਜ਼ਰੂਰ ਸੋਚ ਲਿਓ ਕਿ ਜਿਸ ਚੀਜ਼ ਦੇ ਲਈ ਜਨੂਨ ਸੀ, ਜਿਸ ਚੀਜ਼ ਲਈ ਕੰਮ ਕਰਨਾ ਚਾਹੁੰਦੇ ਸੀ, ਉਸ ਲਈ ਕਰਜ਼ਾ ਨਾ ਘੱਟੋ ਘੱਟ ਸਿਰ ਤੇ ਚੜੇ। ਘੱਟੋ ਘੱਟ ਜੇਕਰ ਅਸੀਂ ਕਹਿੰਦੇ ਕੋਈ ਪ੍ਰੋਫਿਟ ਨਾ ਹੋਵੇ ਤਾਂ ਘੱਟੋ ਘੱਟ ਕੋਈ ਕਰਜ਼ਾ ਤਾਂ ਨਹੀਂ ਹੋਣਾ ਚਾਹੀਦਾ। ਇਹ 1.5 ਲੱਖ ਰੁਪਏ ਦਾ ਵਿਆਜ ਭਰ ਰਹੇ ਆ, ਸੋ ਬੜੀ ਸ਼ਰਮਿੰਦਗੀ ਹੁੰਦੀ ਹੈ ਇਸ ਚੀਜ਼ ਨੂੰ ਲੈ ਕੇ, ਬੜੀ ਮੰਦਭਾਗੀ ਗੱਲ ਹੈ ਇਹ। ਸਰਕਾਰ ਵੀ ਇਸ ਤੇ ਧਿਆਨ ਦੇਵੇ, ਤੇ ਬਹੁਤ ਸਾਰੀ ਫੈਡਰੇਸ਼ਨਸ ਨੇ, ਬਹੁਤ ਸਾਰੇ ਦਾਨੀ ਸੱਜਣ ਨੇ ਜਿਹੜੇ ਮਦਦ ਕਰਦੇ ਆ ਲੋਕਾਂ ਦੀ, ਉਹ ਜ਼ਰੂਰ ਅੱਗੇ ਵੱਧ ਕੇ ਇਹਨਾਂ ਦੀ ਬਾਂਹ ਫੜਨ, ਤਾਂ ਜੋ ਇਹ ਆਪਣੀ ਕਲਾ ਨੂੰ, ਆਪਣੀ ਇਤਿਹਾਸਕ ਕਲਾ ਨੂੰ, ਮੈਂ ਇਹ ਨਹੀਂ ਕਹਾਂਗਾ ਕਿ ਇਹਨਾਂ ਦੀ, ਕਿਉਂਕਿ ਇਹ ਇਤਿਹਾਸ ਚੱਲਿਆ ਆ ਰਿਹਾ, ਸਿੱਖ ਜਗਤ ਦਾ ਬਹੁਤ ਵਿਸ਼ਾਲ ਇਤਿਹਾਸ ਹੈ, ਇਸ ਇਤਿਹਾਸ ਨੂੰ ਇਹ ਬਹੁਤ ਉੱਪਰ ਤੱਕ ਲੈ ਕੇ ਜਾਣ। ਸੋ ਇੱਕ ਵਾਰ ਜਿੰਨੇ ਵੀ ਤੁਸੀਂ ਪਲੇਅਰ ਗਏ ਸੀਗੇ ਉਹਨਾਂ ਸਾਰਿਆਂ ਦੇ ਨਾਮ ਵੀ ਦੱਸ ਦਿਓ ਜਿਹੜੇ ਨਹੀਂ ਪਹੁੰਚ ਪਾਏ, ਕਿਉਂਕਿ ਇਹਨਾਂ ਦੇ ਬਹੁਤ ਸਾਰੇ ਸਾਥੀ ਜਿਹੜੇ ਇਸ ਵਕਤ ਨਹੀਂ ਆ ਸਕੇ, ਟੋਟਲ 8 ਸੀ, ਅੱਜ 4 ਹੀ ਮਿਲ ਸਕੇ ਆ। ਉਹਨਾਂ ਦੇ 8 ਦੇ ਨਾਮ ਦੱਸ ਦਿਓ, ਕਿਉਂਕਿ ਆਪਾਂ ਸਾਰਿਆਂ ਨੂੰ ਜਿਹੜਾ ਹੈ ਇੱਕ ਕਹਿ ਲਈਏ ਵੀ ਉਹਨਾਂ ਦਾ ਵੀ ਸਨਮਾਨ ਹੋ ਜਾਂਦਾ ਹੈ। ਪ੍ਰਭਸ਼ਰਨ ਸਿੰਘ, ਕੁਲਜੀਤ ਸਿੰਘ, ਜਸ਼ਨਦੀਪ ਸਿੰਘ, ਮੱਖਣ ਸਿੰਘ, ਹੁਸਨਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਅਵਨੂਰ ਸਿੰਘ ਤੇ ਹਰਜੀਤ ਸਿੰਘ। 8 ਜਣੇ ਗਏ ਸੀ ਅਸੀਂ। 8 ਜਣੇ ਗਏ। 8 ਸਿੰਘ। ਸੋ ਇਹ 8 ਸਿੰਘ ਗਏ ਸੀ। ਸੋ ਇਹਨਾਂ ਦੀ ਅਸੀਂ ਤੁਹਾਨੂੰ ਜੌਹਰ ਤਾਂ ਦਿਖਾਵਾਂਗੇ, ਪਰ ਫਿਲਹਾਲ ਤੁਹਾਨੂੰ ਦੱਸ ਦਈਏ ਕਿ 4 ਇਸ ਵਕਤ ਸਾਡੇ ਨਾਲ ਮੌਜੂਦ ਨੇ। ਸਿੰਘ ਸਾਹਿਬ ਹੋਰਾਂ ਨਾਲ ਗੱਲਬਾਤ ਕਰਾਂਗੇ, ਜਾਣਾਂਗੇ ਕਿ ਕਿਸ ਤਰ੍ਹਾਂ ਇਹਨਾਂ ਨੇ ਆਪਣੇ ਜਨੂਨ ਨੂੰ ਹਕੀਕਤ ਦੇ ਵਿੱਚ ਬਦਲਿਆ। ਕੈਮਰਾਮੈਨ ਸੁਨੀਲ ਦੇ ਨਾਲ ਅਨੁਰਾਗ ਸ਼ਰਮਾ, ਡੇਲੀ ਪੋਸਟ ਪੰਜਾਬੀ ਲਈ ਪਟਿਆਲਾ ਤੋਂ।